ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ 8th ਲੈਸਨ ਜੋ ਕਿ ਇੱਕ ਪੋਮ ਹੈਗੀ ਹੈ ਐਨ ਅਰਥਕੁਇਕ ਯਾਨੀ ਇੱਕ ਭੂਚਾਲ ਬਾਰੇ। ਪ੍ਰੀ ਰੀਡਿੰਗ ਪੜਨ ਤੋਂ ਪਹਿਲਾਂ ਡਿਕਸ਼ਨਰੀ ਰੈਫਰੈਂਸ ਲਰਨਿੰਗ ਨਿਊ ਵਰਡਸ ਆਪਾਂ ਨਵੇਂ ਸ਼ਬਦ ਜਿਹੜੇ ਹੈਗੇ ਨੇ ਡਿਕਸ਼ਨਰੀ ਨੂੰ ਰੈਫਰ ਕਰਕੇ ਉਹ ਸਿੱਖਾਂਗੇ। ਐਕਟੀਵਿਟੀ ਦਿੱਤੀ ਹੋਈ ਹੈ look up the following words phrases in a dictionary ਇਹ ਜਿਹੜੇ ਸ਼ਬਦ ਦਿੱਤੇ ਹੋਏ ਨੇ ਇਹਨਾਂ ਦਾ ਮਤਲਬ ਆਪਾਂ ਡਿਕਸ਼ਨਰੀ ਦੇ ਵਿੱਚ ਦੇਖਣਾ ਹੈ। You should seek the following information about the words and put them in your words notebook ਇਹ ਸ਼ਬਦਾਂ ਬਾਰੇ ਤੁਸੀਂ ਇਹ ਸਾਰੀ ਜਾਣਕਾਰੀ ਇਕੱਠੀ ਕਰਨੀ ਹੈ ਤੇ ਉਸ ਕਾਪੀ ਦੇ ਵਿੱਚ ਦਰਜ ਕਰਨਾ ਹੈ ਜਿਹਦੇ ਵਿੱਚ ਤੁਸੀਂ ਨਵੇਂ-ਨਵੇਂ ਜਿਹੜੇ ਸ਼ਬਦ ਹੈਗੇ ਨੇ ਉਹ ਐਡ ਕਰ ਦਿਓ। ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਧਿਆਨ ਦੇਣੀ ਹੈ। Meaning of the word as used in the poem poem या कविता ਦੇ ਵਿੱਚ ਇਸ ਸ਼ਬਦ ਦਾ ਕੀ ਅਰਥ ਹੈਗਾ ਕਿ ਇਹ ਸ਼ਬਦ ਇੱਕ ਐਡਜੈਕਟਿਵ ਹੈਗਾ ਵਿਸ਼ੇਸ਼ਣ ਨਾਉਨ ਨਾਮ ਜਾਂ ਵਰਬ ਹੈਗਾ ਕਿਰਿਆ। ਦੂਜੀ ਗੱਲ ਪ੍ਰੋਨੰਸੀਏਸ਼ਨ ਵੀ ਇਹਨੂੰ ਕਿਵੇਂ ਆਪਾਂ ਬੋਲਣਾ ਹੈ ਜਾਂ ਇਹਦਾ ਉਚਾਰਨ ਕਿਵੇਂ ਕਰਨਾ ਹੈ। The teacher may refer to the dictionary or the mobile phone for correct pronunciation ਵੀ ਇਹਦਾ ਉਚਾਰਨ ਸਹੀ ਕਿਵੇਂ ਹੁੰਦਾ ਹੈ। ਅਧਿਆਪਕ ਇਸ ਲਈ ਜਾਂ ਤਾਂ ਫੋਨ ਇਸਤੇਮਾਲ ਕਰ ਸਕਦੇ ਨੇ ਜਾਂ ਫਿਰ ਡਿਕਸ਼ਨਰੀ। ਤੇ ਤੀਜੀ ਗੱਲ ਆਪਾਂ ਇਹਨਾਂ ਦੇ ਸਪੈਲਿੰਗਸ ਯਾਦ ਕਰਨੇ ਨੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਹੈਗਾ ਟ੍ਰੈਂਬਲਿੰਗ ਇਹ ਇੱਕ ਵਰਬ ਹੈਗਾ ਤੇ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਕੰਬਣਾ। ਅਗਲਾ ਕਨਫਰਮਡ ਇਹ ਇੱਕ ਐਡਜੈਕਟਿਵ ਹੈਗਾ ਤੇ ਇਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਪੱਕਾ ਕਰਨਾ। ਜਿਵੇਂ ਤੁਹਾਡੀ ਕਿਸੇ ਡਾਕਟਰ ਦੇ ਨਾਲ ਜੇ ਅਪਾਇੰਟਮੈਂਟ ਹੋਏ ਤੇ ਤੁਸੀਂ ਉਹਨੂੰ ਕਨਫਰਮ ਕਰਨਾ ਹੋਏ ਪੱਕਾ ਕਰਨਾ ਹੋਏ ਵੀ ਡਾਕਟਰ ਹੈਗੇ ਨੇ ਉਸ ਟਾਈਮ ਮਿਲ ਜਾਣਗੇ ਕਿ ਨਹੀਂ ਮਿਲਣਗੇ ਉਹ ਹੁੰਦਾ ਕਨਫਰਮਡ। ਅਗਲਾ ਕ੍ਰੈਸ਼ਿੰਗ ਡਾਊਨ ਇਹ ਇੱਕ ਈਡੀਅਮ ਹੈਗਾ ਇਹਦਾ ਮਤਲਬ ਹੁੰਦਾ ਥੱਲੇ ਗਿਰਨਾ ਬਹੁਤ ਸਾਰੀ ਆਵਾਜ਼ ਦੇ ਨਾਲ ਜਾਂ ਆਪਾਂ ਕਹਿ ਸਕਦੇ ਹਾਂ ਬਹੁਤ ਜ਼ੋਰ ਦੇ ਨਾਲ ਜਦ ਕੋਈ ਚੀਜ਼ ਥੱਲੇ ਗਿਰਦੀ ਹੈ ਉਹਨੂੰ ਆਪਾਂ crashing down ਕਹਿੰਦੇ ਆ ਖਾਸ ਤੌਰ ਤੇ ਜਦ ਭੂਚਾਲ ਆਉਂਦਾ ਹੈ। ਠੀਕ ਹੈ ਨੇ ਈਡੀਅਮ ਕੀ ਹੁੰਦਾ ਹੈ ਇਹ ਇੱਕ ਦੋ ਸ਼ਬਦਾਂ ਦਾ ਜੋੜ ਹੁੰਦਾ ਹੈ ਜੋ ਮਿਲ ਕੇ ਇੱਕ ਨਵਾਂ ਮਤਲਬ ਕੱਢਦੇ ਨੇ। ਹੋ ਸਕਦਾ ਇਹਨਾਂ ਦਾ ਇੰਡੀਵਿਜੂਅਲ ਮਤਲਬ ਜਿਹੜਾ ਹੈ ਉਹ ਵੱਖਰਾ ਹੋਏ ਪਰ ਦੋਨੋਂ ਇਕੱਠੇ ਮਿਲ ਕੇ ਇੱਕ ਨਵਾਂ ਮਤਲਬ ਕੱਢ ਦਿੰਦੇ ਨੇ। ਅਗਲਾ stood tall ਇਹ ਵੀ ਇੱਕ ਈਡੀਅਮ ਹੈਗਾ ਕੁਝ ਵਰਬ ਵੀ ਕਹਿੰਦੇ ਨੇ ਇਹਦਾ ਮਤਲਬ ਹੈਗਾ ਡਟ ਕੇ ਖੜੇ ਰਹਿਣਾ ਬਿਨਾਂ ਡਰੇ ਖੜੇ ਰਹਿਣਾ। ਫ੍ਰੈਗਮੈਂਟਡ ਇਹ ਇੱਕ ਵਰਬ ਹੈਗਾ ਤੇ ਇਹਨੂੰ ਪੰਜਾਬੀ 'ਚ ਕਹੀਦਾ ਖਿੰਡਰ ਜਾਣਾ ਛੋਟੇ ਛੋਟੇ ਹਿੱਸਿਆਂ ਦੇ ਵਿੱਚ। ਕ੍ਰੋਲਸ ਇਹ ਇੱਕ ਵਰਬ ਹੈਗਾ ਜਿਵੇਂ ਛੋਟਾ ਬੱਚਾ ਜਿਵੇਂ ਚੱਲਦਾ ਨਾ ਰੇਂਗਦਾ ਹੋਇਆ ਚੱਲਦਾ ਉਹਨੂੰ ਆਪਾਂ ਕਹੀਦਾ ਕ੍ਰੋਲਸ। ਅਗਲਾ ਰਬਲ ਹੈਗਾ ਰੂਬਲ ਨਹੀਂ ਹੈ ਦੁਬਾਰਾ ਦੱਸ ਰਹੀ ਹਾਂ ਰਬਲ ਹੈਗਾ ਰੂਬਲ ਨਹੀਂ। ਇਹ ਇੱਕ ਨਾਉਨ ਹੈਗਾ ਇਹਦਾ ਮਤਲਬ ਹੁੰਦਾ ਹੈ ਛੋਟੇ ਛੋਟੇ ਇੱਟ ਦੇ ਟੁਕੜੇ ਹੋ ਗਏ ਪੱਥਰ ਦੇ ਟੁਕੜੇ ਹੋ ਗਏ ਖਾਸ ਤੌਰ ਤੇ ਉਹ ਸਮਾਨ ਜਿਹੜਾ ਇੱਕ ਇਮਾਰਤ ਗਿਰਨ ਤੋਂ ਬਾਅਦ ਜਿਹੜਾ ਬਚ ਜਾਂਦਾ ਉਹਨੂੰ ਆਪਾਂ ਰਬਲ ਕਹਿੰਦੇ ਆ। ਦੇਖੋ ਇਹ ਪਿੱਛੇ ਐਸ ਲੱਗ ਰਿਹਾ ਕਈ ਲੋਕ ਇਹਨੂੰ ਡੈਬਰਿਸ ਕਹਿੰਦੇ ਆ ਉਹ ਗਲਤ ਹੁੰਦਾ ਹੈ ਇਹਨੂੰ ਕਿਹਾ ਜਾਂਦਾ ਹੈ ਡੈਬਰੀ ਰੀ ਤੇ ਆ ਕੇ ਰੁਕ ਜਾਂਦੀ ਹੈ ਗੱਲ। ਇਹ ਇੱਕ ਨਾਉਨ ਹੈਗਾ ਇਹ ਵੀ ਛੋਟੇ ਛੋਟੇ ਜਿਹੜੇ ਟੁਕੜੇ ਹੁੰਦੇ ਨੇ ਜੋ ਬਚ ਜਾਂਦਾ ਹੈ ਜਦ ਕੋਈ ਐਕਸੀਡੈਂਟ ਹੋ ਜਾਂਦਾ ਹੈ ਨਾ ਕਿਸੇ ਵੀ ਚੀਜ਼ ਦਾ ਛੋਟਾ ਜਿਹੜਾ ਟੁਕੜਾ ਹੁੰਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਮਲਬਾ ਉਹਨੂੰ ਆਪਾਂ ਡੈਬਰੀ ਕਹਿੰਦੇ ਆ। ਕੋਜ਼ੀ ਇਹ ਹੈਗਾ ਜੀ ਇੱਕ ਐਡਜੈਕਟਿਵ ਇਹਦਾ ਮਤਲਬ ਹੁੰਦਾ ਹੈ ਜਦ ਤੁਸੀਂ ਆਪਣੇ ਘਰ 'ਚ ਬੈਠੇ ਹੁੰਦੇ ਹੋ ਤੁਸੀਂ ਕੋਜ਼ੀ ਹੋ ਕੇ ਬੈਠੇ ਹੁੰਦੇ ਹੋ ਨਾ ਨਿੱਘ ਪਾ ਕੇ ਕੰਫਰਟੇਬਲ ਆਰਾਮਦਾਇਕ ਤਰੀਕੇ ਦੇ ਨਾਲ ਤੁਸੀਂ ਬੈਠੇ ਹੁੰਦੇ ਹੋ ਉਹਨੂੰ ਆਪਾਂ ਕਹੀਦਾ ਕੋਜ਼ੀ ਹੋ ਕੇ ਬੈਠਣਾ। ਅਗਲਾ ਟੂਮਸ ਟੋਮਸ ਨਹੀਂ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਹੈ ਟੂਮਸ। ਇਹ ਹੈਗਾ ਇੱਕ ਨਾਉਨ ਇਹ ਇੱਕ ਉਹ ਵਾਲੀ ਥਾਂ ਹੁੰਦੀ ਹੈ ਜਿੱਥੇ ਕਿਸੇ ਆਪਾਂ ਕਹਿ ਸਕਦੇ ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਮਹਾਨ ਸ਼ਖਸੀਅਤ ਹੁੰਦੀ ਹੈ ਉਹਨਾਂ ਨੂੰ ਦਫਨਾਇਆ ਜਾਂਦਾ ਸੀ ਉਹਨੂੰ ਕਿਹਾ ਜਾਂਦਾ ਹੈ ਟੂਮ। ਚਲੋ ਹੁਣ ਆਪਾਂ ਰੀਡਿੰਗ ਸ਼ੁਰੂ ਕਰਦੇ ਹਾਂ। ਲੈਟ ਅਸ ਰੀਡ ਦ ਪੋਮ ਆਓ ਕਵਿਤਾ ਨੂੰ ਪੜ੍ਹੀਏ। ਐਨ ਅਰਥਕੁਇਕ ਇੱਕ ਭੂਚਾਲ ਦੇ ਬਾਰੇ ਦੱਸਿਆ ਗਿਆ ਹੈ। As I lay wide awake, my bed began to shake. ਕਵੀ ਦੱਸਦੇ ਨੇ ਜਿਵੇਂ ਮੈਂ ਆਪਾਂ ਬੈੱਡ ਤੇ ਲੇਟੇ ਹੁੰਦੇ ਆ ਜਾਗਾ ਹੋਇਆ ਸੀ ਮੈਂ ਸੁੱਤਾ ਨਹੀਂ ਹੋਇਆ ਸੀ ਪੂਰੇ ਹੋਸ਼ ਦੇ ਵਿੱਚ ਸੀਗਾ ਤੇ ਮੈਂ ਦੇਖਿਆ ਵੀ ਮੇਰਾ ਜਿਹੜਾ ਬੈੱਡ ਹੈਗਾ ਜੋ ਮੇਰਾ ਬਿਸਤਰ ਹੈ ਉਹ ਹਿਲਣ ਲੱਗ ਜਾਂਦਾ ਹੈ। Was my fear real or fake? ਮੇਰਾ ਜਿਹੜਾ ਡਰ ਸੀ
ਉਹ ਅਸਲੀ ਸੀ ਜਾਂ ਝੂਠ ਸੀ? The trembling fan confirmed the quake. ਅਜੇ ਮੈਂ ਸੋਚ ਹੀ ਰਿਹਾ ਸੀ ਵੀ ਇਹ ਮੇਰਾ ਭੁਲੇਖਾ ਹੈ ਜਾਂ ਸੱਚੀ ਕੁਝ ਗਲਤ ਹੋ ਰਿਹਾ ਹੈ, ਐਨੇ ਨੂੰ ਜਿਹੜਾ ਪੱਖਾ ਹੈ ਉਹ ਹਿਲਣ ਲੱਗ ਜਾਂਦਾ ਹੈ, ਜੋ ਪੁਸ਼ਟੀ ਕਰਦਾ ਹੈ ਵੀ ਭੂਚਾਲ ਹੀ ਆ ਗਿਆ। The house came crushing down. ਘਰ ਢਹਿ ਕੇ ਢੇਰੀ ਹੋ ਗਿਆ। Oh my God, cried the whole town. ਹਾਏ ਮੇਰੇ ਰੱਬਾ, ਸਾਰਾ ਸ਼ਹਿਰ ਰੋ ਰਿਹਾ ਸੀ, ਹੇ ਰੱਬਾ ਬਚਾਓ। A moment ago the town stood tall. ਇੱਕ ਪਲ ਪਹਿਲਾਂ ਤਾਂ ਸ਼ਹਿਰ ਉੱਚਾ ਖੜਾ ਸੀ, ਇਮਾਰਤਾਂ ਠੀਕ ਸਨ। Now fragmented on the ground it crawls. ਹੁਣ ਖਿੰਡਿਆ ਹੋਇਆ ਜ਼ਮੀਨ ਤੇ ਰਿੰਗਦਾ ਹੋਇਆ ਕੋਈ ਚੀਜ਼ ਇੱਧਰ ਜਾ ਰਹੀ ਹੈ, ਉੱਧਰ ਜਾ ਰਹੀ ਹੈ, ਭੂਚਾਲ ਕਰਕੇ ਹਿਲ ਰਹੀ ਹੈ, ਕੋਈ ਬੰਦਾ ਇੱਧਰ ਜਾ ਰਿਹਾ, ਉੱਧਰ ਜਾ ਰਿਹਾ। Turned to rubble, changed into debris. ਮਲਬੇ ਵਿੱਚ ਬਦਲ ਗਏ। ਮਲਬੇ ਵਿੱਚ ਸਾਰਾ ਦਾ ਸਾਰਾ ਜਿਹੜੀ ਇਮਾਰਤਾਂ ਸੀ ਉਹ ਢਹਿ ਗਈਆਂ, ਬਦਲ ਗਈਆਂ ਮਲਬੇ ਦੇ ਵਿੱਚ। ਜਿਹੜਾ ਥੋੜਾ ਹਿੱਸਾ ਰਹਿ ਜਾਂਦਾ ਉਹ ਰਹਿ ਗਿਆ। ਕੀ ਬਦਲ ਗਿਆ ਮਲਬੇ ਵਿੱਚ? ਹਾਊਸਸ, ਰੋਡਸ, ਪਾਰਕਸ ਐਂਡ ਟਰੀਜ਼। ਮਕਾਨ, ਸੜਕਾਂ, ਪਾਰਕ ਤੇ ਰੁੱਖ ਸਾਰੇ ਢਹਿ ਕੇ ਛੋਟੇ ਹਿੱਸਿਆਂ ਵਿੱਚ ਖਿੰਡਰ ਗਏ ਸੀ ਇੱਧਰ ਉੱਧਰ। ਅੱਗੇ ਚੱਲਦੇ ਹਾਂ। Everywhere everything is found, kissing and talking to the ground. ਹਰ ਜਗ੍ਹਾ, ਹਰ ਪਾਸੇ ਸਭ ਕੁਝ ਜ਼ਮੀਨ ਨੂੰ ਚੁੰਮਦਾ ਹੋਇਆ, ਗੱਲ ਲਾਉਂਦਾ ਹੋਇਆ, ਇੱਕ ਦੂਜੇ ਨਾਲ ਗੱਲਾਂ ਕਰਦਾ ਹੋਇਆ ਦਿਸ ਰਿਹਾ ਸੀ। ਟਾਕਿੰਗ ਟੂ ਦ ਗਰਾਊਂਡ ਮਤਲਬ ਸਾਰੀ ਉੱਚੀ ਜਿਹੜੀ ਇਮਾਰਤਾਂ ਸੀ ਉਹ ਢਹਿ ਕੇ ਜ਼ਮੀਨ ਨੂੰ ਲੱਗ ਗਈਆਂ ਸੀ। People out of their cozy homes. ਲੋਕ ਆਪਣੇ ਆਰਾਮਦਾਇਕ ਘਰਾਂ ਤੋਂ ਬਾਹਰ ਨਿਕਲ ਗਏ ਸਨ। Some of which have now become tombs. ਤੇ ਕੁਝ ਲੋਕ ਜਿਹੜੇ ਬਾਹਰ ਨਿਕਲੇ ਸਨ ਉਹਨਾਂ ਤੇ ਹੋ ਸਕਦਾ ਇਮਾਰਤ ਡਿੱਗ ਗਈ ਹੋਏ ਜਾਂ ਨਾ ਬਚੇ ਹੋਣ। ਉਹ ਕੁਝ ਲੋਕ ਜਿਹੜੇ ਹੈਗੇ ਨੇ ਉਹ ਮਕਬਰੇ ਵਿੱਚ ਬਦਲ ਚੁੱਕੇ ਨੇ, ਉਹਨਾਂ ਦਾ ਟੂਮ ਬਣ ਚੁੱਕਾ ਹੈ। ਕਹਿਣ ਦਾ ਮਤਲਬ ਉਹ ਹੋਰ ਨਹੀਂ ਰਹੇ। ਤੇ ਇਹ ਹੈਗੀ ਹੈ ਅਰਥਕੁਇਕ ਬਾਰੇ ਪੋਇਮ। ਇਹ ਲਿਖੀ ਹੈਗੀ ਹੈ ਵੰਦਨਾ ਲੁਨਾਇਲ ਨੇ। ਪੋਸਟ ਰੀਡਿੰਗ ਪੜ੍ਹਨ ਤੋਂ ਬਾਅਦ ਵੋਕੈਬੂਲਰੀ ਐਕਸਪੈਂਸ਼ਨ, ਕੁਝ ਨਵੇਂ ਸ਼ਬਦ ਜਿਹੜੇ ਹੈਗੇ ਨੇ ਉਹ ਆਪਾਂ ਆਪਣੇ ਵਿੱਚ ਦਿਮਾਗ ਵਿੱਚ ਐਡ ਕਰਾਂਗੇ। ਰਾਈਟ 5 pairs of rhyming words from the poem. ਕਵਿਤਾ ਵਿੱਚੋਂ ਉਹ ਵਾਲੇ 5 ਸ਼ਬਦਾਂ ਦੇ ਜੋੜੇ ਲਿਖਣੇ ਨੇ ਜਿਹੜੇ ਰਾਈਮ ਕਰਦੇ ਨੇ। ਮਤਲਬ ਜਦ ਤੁਸੀਂ ਬੋਲੋ ਉਹਨਾਂ ਸ਼ਬਦਾਂ ਨੂੰ ਤਾਂ ਇਦਾਂ ਲੱਗਦਾ ਵੀ ਹਾਂ ਉਹ ਇੱਕ ਦੂਜੇ ਨਾਲ ਮਿਲਦੇ ਜੁਲਦੇ ਨੇ। ਜਿਵੇਂ ਅਵੇਕ, ਸ਼ੇਕ, ਜਾਗਣਾ, ਹਿਲਾਉਣਾ। ਡੈਬਰਿਸ, ਟਰੀਜ਼, ਮਲਬਾ, ਰੁੱਖ। ਪੰਜਾਬੀ 'ਚ ਨਹੀਂ ਮਿਲਦੇ ਜੁਲਦੇ ਪਰ ਇੰਗਲਿਸ਼ ਦੇ ਵਿੱਚ ਤੁਸੀਂ ਦੇਖੋਗੇ ਸੇਮ ਰਾਈਮ ਕਰਦੇ ਨੇ। ਸ਼ੇਕ, ਫੇਕ, ਹਿਲਣਾ, ਨਕਲੀ। ਫੇਕ, ਕੁਇਕ, ਝੂਠਾ ਜਾਂ ਨਕਲੀ, ਭੂਚਾਲ। ਫਾਊਂਡ, ਗਰਾਊਂਡ, ਪਾਣਾ, ਗਰਾਊਂਡ ਜ਼ਮੀਨ। ਟੌਲ, ਕ੍ਰੌਲ, ਲੰਬਾ, ਰੇਂਗਣਾ। ਡਾਊਨ, ਟਾਊਨ, ਹੇਠਾਂ। ਟਾਊਨ ਦਾ ਮਤਲਬ ਹੁੰਦਾ ਹੈ ਸ਼ਹਿਰ। ਇਹ ਐਕਟੀਵਿਟੀ ਆਪਾਂ ਕਰ ਲਈ। ਐਕਟੀਵਿਟੀ ਇੱਕ ਹੋਰ ਦਿੱਤੀ ਗਈ ਹੈ, ਐਕਟੀਵਿਟੀ 3। Have you ever experienced an earthquake? ਕੀ ਤੁਸੀਂ ਕਦੇ ਭੂਚਾਲ ਨੂੰ ਅਨੁਭਵ ਕੀਤਾ ਹੈ? ਅਹਿਸਾਸ ਹੋਇਆ ਭੂਚਾਲ ਦਾ? It may result in a disaster if the earthquake is big. ਤੇ ਜੇ ਭੂਚਾਲ ਵੱਡਾ ਹੁੰਦਾ ਹੈ ਤਾਂ ਤਬਾਹੀ ਦਾ ਕਾਰਨ ਵੀ ਬਣ ਸਕਦਾ ਹੈ। There are 2 types of disasters, natural and man-made. ਦੇਖੋ ਜਿਹੜੀ ਆਫਤਾਂ ਹੁੰਦੀਆਂ ਨੇ, ਡਿਜ਼ਾਸਟਰ ਹੁੰਦੇ ਨੇ, ਉਹ 2 ਤਰੀਕੇ ਦੇ ਹੁੰਦੇ ਨੇ। ਇੱਕ ਕੁਦਰਤੀ ਤੇ ਇੱਕ ਮਨੁੱਖ ਦੁਆਰਾ ਬਣਾਇਆ ਗਿਆ। Study the image below. ਇਹ ਜਿਹੜੀ ਇਮੇਜ ਹੈਗੀ ਇਹਨੂੰ ਧਿਆਨ ਨਾਲ ਪੜ੍ਹ ਲਓ। Look at the picture on the previous page. ਉੱਤੇ ਜਿਹੜੀ ਇਮੇਜ ਦਿੱਤੀ ਹੋਈ ਸੀ ਉਹਨੂੰ ਰੈਫਰ ਕਰਕੇ and make a list of all the natural as well as man-made disasters. ਇੱਥੇ ਤੁਸੀਂ ਅਲੱਗ-ਅਲੱਗ ਕਰਕੇ ਰੱਖਣਾ ਵੀ ਲਿਖਣਾ ਵੀ ਕਿਹੜੇ ਨੈਚੁਰਲ ਡਿਜ਼ਾਸਟਰ ਹੈਗੇ ਨੇ ਤੇ ਕਿਹੜੇ man-made ਹੈਗੇ ਨੇ। ਮੈਂ ਅਲੱਗ-ਅਲੱਗ ਕਰਕੇ ਪਹਿਲਾਂ ਹੀ ਲਿਖਤਾ। ਨੈਚੁਰਲ ਡਿਜ਼ਾਸਟਰਸ ਕੁਦਰਤੀ ਆਫਤਾਂ, man-made ਯਾਨੀ ਮਨੁੱਖ ਦੁਆਰਾ ਬਣਾਈਆਂ ਗਈਆਂ ਤਬਾਹੀਆਂ। ਨੈਚੁਰਲ ਦੇ ਵਿੱਚ ਅਰਥਕੁਇਕਸ ਭੂਚਾਲ, ਫਲੱਡਸ ਹੜ੍ਹ, ਲੈਂਡਸਲਾਈਡ ਜਦ ਪਹਾੜਾਂ ਤੇ ਮਿੱਟੀ ਜਿਹੜੀ ਹੈ ਉਹ ਥੱਲੇ ਨੂੰ ਰੇਂਗਣ ਲੱਗ ਜਾਂਦੀ ਹੈ। ਫੈਮੀਨ ਜਿਹਨੂੰ ਆਪਾਂ ਕਹਿੰਦੇ ਆ ਅਕਾਲ ਪੈ ਜਾਣਾ। ਡਰੌਟਸ ਸੁੱਕਾ ਹੋ ਜਾਣਾ। ਸਾਈਕਲੋਨਸ ਇਹ ਜ਼ਿਆਦਾਤਰ ਪਾਣੀ ਦੇ ਕੋਲ ਆਉਂਦੇ ਨੇ, ਏਦਾਂ ਕਰਕੇ ਪਾਣੀ ਦਾ ਇੱਕ ਬਹੁਤ ਵੱਡਾ ਤੂਫਾਨ ਹੁੰਦਾ, ਉਹਨੂੰ ਸਾਈਕਲੋਨਸ ਕਿਹਾ ਜਾਂਦਾ ਹੈ। ਮੈਨਮੇਡ ਦੇ ਵਿੱਚ ਟੈਰਰਿਜ਼ਮ, ਆਤੰਕਵਾਦ, ਬੰਬ ਐਕਸਪਲੋਜ਼ਨ,
ਬੰਬ ਦਾ ਧਮਾਕਾ, ਇੰਡਸਟਰੀਅਲ ਐਕਸੀਡੈਂਟਸ, ਉਦਯੋਗਿਕ ਜਿਹੜੇ ਹਾਦਸੇ ਹੁੰਦੇ ਨੇ, ਵॉर, ਜੰਗ, ਲੜਾਈ, ਪੋਲਿਊਸ਼ਨ, ਪ੍ਰਦੂਸ਼ਣ, ਐਪੀਡੈਮਿਕਸ, ਮਹਾਮਾਰੀ। ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਐਕਟੀਵਿਟੀ 4 ਹੈਗੀ ਹੈ, ਆਨਸਰ ਦ ਫੋਲੋਇੰਗ ਕੁਐਸਚਨਸ, ਇਹਨਾਂ ਸਵਾਲਾਂ ਦੇ ਜਵਾਬ ਦਿਓ। ਪਹਿਲਾ, what is the poem about? ਕਵਿਤਾ ਕਿਸ ਬਾਰੇ ਹੈ? The poem is about a disaster brought by an earthquake. ਇਹ ਕਵਿਤਾ ਇੱਕ ਭੂਚਾਲ ਬਾਰੇ ਹੈ ਜਿਹਦੇ ਕਰਕੇ ਇੰਨੀ ਤਬਾਹੀ ਆਈ ਸੀ। ਦੂਜਾ, what happened as the poet lay awake? ਜਦੋਂ ਕਵੀ ਜਾਗਿਆ ਹੋਇਆ ਸੀ, ਲੇਟਿਆ ਹੋਇਆ ਸੀ ਤਾਂ ਕੀ ਹੋਇਆ? As the poet lay awake, there was an earthquake and his bed started to shake. ਜਦੋਂ ਕਵੀ ਜਾਗਿਆ ਹੋਇਆ ਸੀ ਤਾਂ ਭੂਚਾਲ ਆ ਗਿਆ ਤੇ ਉਸਦਾ ਜਿਹੜਾ ਬਿਸਤਰ ਹੈ, ਬੈੱਡ ਹੈਗਾ, ਉਹ ਹਿੱਲਣ ਲੱਗ ਗਿਆ। ਤੀਜਾ, how did the poet come to know about the earthquake? ਕਵੀ ਨੂੰ ਭੂਚਾਲ ਬਾਰੇ ਪਤਾ ਕਿਵੇਂ ਲੱਗਿਆ? The poet knew about the earthquake from the trembling fan. ਜਾਂ ਆਪਾਂ ਕਹਿ ਸਕਦੇ ਹਾਂ came to know about the earthquake from the trembling fan। ਜਿਹੜਾ ਪੱਖਾ ਸੀ ਉਹ ਜਦ ਹਿੱਲ ਰਿਹਾ ਸੀ ਉਤੋਂ ਉਹਨੂੰ ਪਤਾ ਲੱਗ ਗਿਆ ਵੀ ਹਾਂ ਭੂਚਾਲ ਆ ਗਿਆ। Fourth, what confirmed the poet's fear about the quake? ਭੂਚਾਲ ਤੋਂ ਬਾਅਦ ਜਿਹੜਾ ਉਹਦਾ ਡਰ ਸੀ ਉਹ ਕਿਵੇਂ ਸੱਚ ਹੋ ਗਿਆ, ਕਨਫਰਮ ਹੋ ਗਿਆ? The trembling fan confirmed the poet's fear about the earthquake. ਪਹਿਲਾਂ ਤਾਂ ਬਿਸਤਰ ਹਿੱਲ ਰਿਹਾ ਸੀ, ਉਹਨੂੰ ਲੱਗਿਆ ਵੀ ਸ਼ਾਇਦ ਮੈਨੂੰ ਬਾਈ ਚਾਂਸ ਗਲਤਫਹਿਮੀ ਹੋਈ ਹੈ, ਪਰ ਜਦੋਂ ਉਹਨੇ ਪੱਖਾ ਹਿਲਦਾ ਦੇਖਿਆ ਤਾਂ ਕਨਫਰਮ ਹੋ ਗਿਆ, ਪੱਕਾ ਹੋ ਗਿਆ ਵੀ ਹੁਣ ਤਾਂ ਭੂਚਾਲ ਹੀ ਆਇਆ। ਪੰਜਵਾਂ, what happened after the quake? Make a list. ਭੂਚਾਲ ਤੋਂ ਬਾਅਦ ਕੀ ਹੋਇਆ ਉਹਦੀ ਇੱਕ ਸੂਚੀ ਬਣਾਣੀ ਹੈ। ਪਹਿਲਾ, the houses got crashed down. ਘਰ ਢਹਿ ਗਏ। The ground was covered in heaps of debris. ਜ਼ਮੀਨ ਮਲਬੇ ਦੇ ਢੇਰ ਨਾਲ ਢਕੀ ਹੋਈ ਸੀ। Houses, roads, parks, trees got broken into pieces. ਸਾਰੀਆਂ ਚੀਜ਼ਾਂ, ਘਰ, ਸੜਕ, ਪਾਰਕ, ਦਰਖਤ ਟੁਕੜੇ ਟੁਕੜੇ ਹੋ ਗਏ ਸਨ। People started to come out of their house because everything was breaking down into pieces. ਲੋਕ ਆਪਣੇ ਘਰਾਂ ਤੋਂ ਬਾਹਰ ਆ ਰਹੇ ਸੀ ਜਾਂ ਬਾਹਰ ਆਣਾ ਸ਼ੁਰੂ ਹੋ ਗਏ ਸੀ ਕਿਉਂਕਿ ਸਭ ਕੁਝ ਟੁਕੜਿਆਂ ਵਿੱਚ ਟੁੱਟ ਰਿਹਾ ਸੀ। ਅਗਲਾ, learning to read and comprehend। ਪੜਾਂਗੇ ਤੇ सोच समझ के जवाब दवांगे। Activity 5, explain the meaning of the following lines from the poem। कविता तो ਇਹ ਜਿਹੜੀਆਂ ਸਤਰਾਂ ਨੇ ਦਿੱਤੀਆਂ ਹੋਈਆਂ ਇਹਨਾਂ ਦਾ ਮਤਲਬ ਦੱਸਣਾ ਹੈ। ਪਹਿਲਾ, kissing and talking to the ground। ਜ਼ਮੀਨ ਨੂੰ ਚੁੰਮਣਾ ਤੇ ਗੱਲਾਂ ਕਰਨੀਆਂ। ਇਹਦਾ ਮਤਲਬ ਇਹ ਸੀ ਵੀ ਸਾਰਾ ਕੁਝ ਢਹਿ ਗਿਆ ਸੀ। Everything was falling on the ground। ਸਭ ਕੁਝ ਜ਼ਮੀਨ ਤੇ ਡਿੱਗ ਰਿਹਾ ਸੀ, ਜਾਂ ਤੁਸੀਂ ਕਹਿ ਸਕਦੇ ਹੋ everything lay flat on the ground। ਸਭ ਕੁਝ ਜ਼ਮੀਨ ਤੇ ਡਿੱਗ ਗਿਆ ਸੀ। ਦੂਜਾ, some of which have now become tombs। ਇਹਨਾਂ ਵਿੱਚੋਂ ਕੁਝ ਜਿਹੜੇ ਹੈਗੇ ਨੇ ਉਹ ਮਕਬਰੇ ਬਣ ਚੁੱਕੇ ਨੇ। ਇਹਦਾ ਮਤਲਬ ਹੈਗਾ some of them had evolved into enormous heaps of debris by this point। ਮਤਲਬ ਇੰਨੇ ਜ਼ਿਆਦਾ ਸਮੇਂ ਭੂਚਾਲ ਆਉਣ ਕਰਕੇ ਕੁਝ ਜਿਹੜੇ ਚੀਜ਼ਾਂ ਸੀ ਉਹ ਇੱਕ ਮਲਬੇ ਦੇ ਢੇਰ ਉੱਤੇ ਧੱਸਦੀਆਂ ਗਈਆਂ ਜਾਂ ਢੇਰ ਥੱਲੇ ਧੱਸਦੀਆਂ ਗਈਆਂ, ਜਾਂ ਤੁਸੀਂ ਕਹਿ ਸਕਦੇ ਹੋ some of them were now changed into tall heaps of debris। ਮਕਬਰਾ ਕਿਉਂ ਬਣ ਗਿਆ ਸੀ? ਇੱਕ ਤਾਂ ਇਹ ਕਹਿ ਸਕਦੇ ਵੀ ਬੰਦੇ ਨਹੀਂ ਬਚੇ, ਦੂਸਰਾ ਮਕਬਰਾ ਇਸ ਕਰਕੇ ਵੀ ਬਣ ਗਿਆ ਸੀ ਕਿਉਂਕਿ ਜਿਹੜਾ ਸਮਾਨ ਸੀ ਉਹ ਲੇਅਰ ਬਾਈ ਲੇਅਰ ਉੱਤੇ ਆਂਦਾ ਗਿਆ ਤੇ ਏਦਾਂ ਕਰਕੇ ਇੱਕ ਟੂਮ ਬਣਦਾ ਗਿਆ। ठीक है, तो ये सी अज की क्लास में उम्मीद करती हूँ थानू ये चैप्टर समझ आ गया होएगा। जे पोएम वधिया लगी तो लाइक शेयर सबसक्राइब जरूर करियो। आपां फिर मिलांगे। टिल देन टेक केयर, बाय बाय।